ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨ ਕੋਏ। ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਜਨਮ ਜਨਮ ਪਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵੇਂ ਬਾਸ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫੰਦਿਓ, ਰਾਖ ਲਿਹੋ ਭਗਵਾਨ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫੰਦਿਓ, ਰਾਖ ਲਿਹੋ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਬਾਈਮਾਨ ਹੋਈ ਬੈਠੇ ਗੁਰੂ ਸਵਾਰੀ ਸਤ ਸੰਗੀ ਜਨੋ ਵਡਭਾਗੀ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਬੈਠ ਸੰਗਤੀ ਰੂਪ ਅੰਦਰ ਨਿਤਨੇਮ ਬਾਣੀ ਦਾ ਜਾਪ ਸਿਮਰਨ ਕੀਤਾ ਹੈ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ, ਸਤਿਗੁਰਾਂ ਦੇ ਇਹ ਪਾਵਨ ਬੋਲਾਂ ਦੇ ਨਾਲ ਸਾਨੂੰ ਮਨ ਦੀ ਪੱਤਰੀ ਵਾਚਣ ਦੀ ਜਾਚ ਆ ਜਾਏ। ਨੌਵੇਂ ਗੁਰੂ ਨਾਨਕ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ, ਤਿੰਨਾਂ ਦਾ 400 ਸਾਲਾ ਆਗਮਨ ਪੁਰਬ ਇਸ ਦਿਹਾੜੇ ਨੂੰ ਸਮਰਪਿਤ ਸਤਿਗੁਰਾਂ ਦੀ ਪਾਵਨ ਬਾਣੀ ਵਿੱਚੋਂ ਸਾਹਿਬ ਜੀ ਦੇ ਦਰਸ਼ਨ ਦੀਦਾਰ ਗੁਰੂ ਕੇ ਸਿਧਾਂਤ ਨੂੰ ਸਮਝਣ ਦਾ ਆਪਾਂ ਯਤਨ ਕਰ ਰਹੇ ਹਾਂ। ਕੱਲ ਆਪਾਂ ਵਿਚਾਰ ਰਹੇ ਸਾਂ
ਸਾਹਿਬ ਜੀ ਨੇ ਬੋਲ ਸਾਂਝੇ ਕੀਤੇ। ਕਹਿਣ ਲੱਗੇ, ਜੇ ਕਰਤੇ ਦਾ ਵਾਸਾ ਹਿਰਦੇ ਅੰਦਰ ਹੋ ਜਾਏ, ਜੇ ਜਨ ਵਾਲੀ ਅਵਸਥਾ ਕਿਤੇ ਬਣ ਜਾਏ, ਤੇ ਉਹ ਜਨ, ਉਹ ਸੇਵਕ, ਉਹ ਪਿਆਰਾ ਆਪਣੀ ਕੋਈ ਵੱਖਰੀ ਹੋਂਦ ਕਾਇਮ ਨਹੀਂ ਕਰ ਲੈਂਦਾ ਕਿ ਕੋਈ ਡੇਰਾ ਬਣ ਜਾਏ, ਕੋਈ ਸੰਸਥਾ ਬਣ ਜਾਏ, ਬਸ ਮੈਂ ਹੁਣ ਉੱਥੇ ਬੈਠਾ ਹੋਇਆ ਪੂਜਾ ਕਰਾਈ ਜਾਵਾਂ। ਜਨ ਦੀ ਅਵਸਥਾ ਤਾਂ ਰੱਬ ਦੇ ਵਿੱਚ, ਗੁਰੂ ਦੇ ਵਿੱਚ ਇੱਕਮਿਕ ਹੋਣਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਪਾਵਨ ਬਾਣੀ ਅੰਦਰ ਇਸ ਦਾ ਜ਼ਿਕਰ ਕਰਦੇ ਨੇ, ਹਰ ਹਰ ਜਨ ਦੁਈ ਇੱਕ ਸਮਾਨ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੇ ਸਮਾਹੇ। ਜਲ ਦੇ ਵਿੱਚੋਂ, ਪਾਣੀ ਦੇ ਵਿੱਚੋਂ ਤਰੰਗਾਂ ਪੈਦਾ ਹੁੰਦੀਆਂ ਨੇ, ਦੇਖਦਿਆਂ ਦੇਖਦਿਆਂ ਉਹ ਪਾਣੀ ਦੇ ਅੰਦਰ ਹੀ ਸਮਾ ਜਾਂਦੀਆਂ ਨੇ। ਜਨ ਵੀ, ਰੱਬ ਦਾ ਪਿਆਰਾ ਸੇਵਕ ਵੀ ਬਸ ਇਸੇ ਤਰ੍ਹਾਂ ਦਾ ਬਣ ਜਾਏ, ਉਹ ਜਿਉਂਦੇ ਜੀ ਆਪਣੀ ਹੋਂਦ ਨੂੰ ਖਤਮ ਕਰ ਦੇ, ਪਤਾ ਹੀ ਨਾ ਲੱਗੇ ਇਹ ਜਗਤ ਦੇ ਅੰਦਰ ਆਇਆ ਜਾਂ ਨਹੀਂ ਆਇਆ। ਵੱਖਰੀ ਗੱਲ ਹੈ ਕਿ ਇਸ ਤਰ੍ਹਾਂ ਦੇ ਪਿਆਰੇ ਛਿਪਿਆ ਨਹੀਂ ਕਰਦੇ। ਇਸ ਤਰ੍ਹਾਂ ਦੇ ਪਿਆਰੇ ਜਿਹੜੇ ਹਨ ਉਹ ਦੁਨੀਆ ਅੰਦਰ ਉਜਾਗਰ ਹੋ ਜਾਂਦੇ ਨੇ। ਇਹਨਾਂ ਬਚਨਾਂ ਨੂੰ ਕੱਲ ਆਪਾਂ ਸਰਵਣ ਕਰ ਰਹੇ ਸਾਂ। ਸਤਿਗੁਰੂ ਅੱਜ ਅੱਗੇ ਕੀ ਬਖਸ਼ਿਸ਼ ਰਹਿਮਤ ਕਰ ਰਹੇ ਨੇ। ਵਿਚਾਰ ਆਰੰਭਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਤਿੰਨਾਂ ਦੇ ਇਸ ਲੜੀ ਦੇ ਵਿੱਚੋਂ ਤਿੰਨ ਕੁ ਬਚਨ ਆਪਾਂ ਪਾਠ ਰੂਪ ਅੰਦਰ ਸਰਵਣ ਕੀਤੇ ਨੇ। ਆਰੰਭਤਾ ਅੰਦਰ ਸਾਹਿਬ ਨੇ ਬੋਲ ਸਾਂਝੇ ਕੀਤੇ, ਸੁਖ ਮੈਂ ਬਹੁ ਸੰਗੀ ਪਹੇ, ਦੁਖ ਮੈਂ ਸੰਗ ਨ ਕੋਏ, ਕਉ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਕਿ ਹੇ ਮੇਰੇ ਮਨ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਾ ਹੋਇਆ ਉਸ ਨੂੰ ਸਦਾ ਹੀ ਸਿਮਰਦਾ ਰਹੇ, ਉਸ ਨੂੰ ਸਦਾ ਹੀ ਚੇਤੇ ਕਰਦਾ ਰਹੇ। ਕਈ ਵਾਰ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਨ ਨੂੰ ਬੜੀਆਂ ਆਵਾਜ਼ਾਂ ਮਾਰ ਰਹੇ ਨੇ। ਇੱਕ ਪਾਸੇ ਮਨ ਨੂੰ ਕੁੱਤਾ ਕੂੜਿਆਰ ਵੀ ਕਹਿਣਾ ਪੈ ਗਿਆ, ਤੇ ਦੂਸਰੇ ਪਾਸੇ ਕਹਿਣ ਲੱਗੇ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਿ ਹੇ ਮੇਰੇ ਮਨ, ਤੇਰੇ ਤੋਂ ਬਿਨਾ ਬਾਤ ਕੋਈ ਨਹੀਂ ਬਣਨੀ। ਦੁਨੀਆ ਦੇ ਵੀ ਕੰਮ ਕਈ ਵਾਰ ਐਸੇ ਹਨ, ਜੇ ਮਨ ਕਰਕੇ ਆਪਾਂ ਹਾਜ਼ਰ ਨਾ ਹੋਈਏ ਤੇ ਕਈ ਵਾਰ ਦੁਨੀਆ ਦੇ ਕੰਮ ਵੀ ਰਾਸ ਨਹੀਂ ਆਉਂਦੇ। ਅਧਿਆਤਮਕ ਮਾਰਗ ਤਾਂ ਸਾਰਾ ਖੜਾ ਹੀ ਮਨ ਦੀ ਇਕਾਗਰਤਾ ਤੇ ਹੈ। ਜੇ ਮਨ ਦੀ ਇਕਾਗਰਤਾ ਹੋਵੇਗੀ ਤੇ ਇਸ ਘਰ ਦੇ ਅੰਦਰ ਆਇਆ ਹੋਇਆ ਪ੍ਰਵਾਨ ਹੋ ਜਾਏਗਾ, ਕਿਉਂਕਿ ਇਹ ਘਰ ਸਰੀਰ ਦੀ ਹਾਜ਼ਰੀ ਨੂੰ ਕੋਈ ਬਹੁਤੀ ਪਹਿਲ ਨਹੀਂ ਦਿੰਦਾ। ਇੱਥੇ ਜਿਹੜਾ ਮਨ ਕਰਕੇ ਹਾਜ਼ਰ ਹੋ ਗਿਆ ਉਹ ਸਤਿਗੁਰੂ ਦੇ ਬੜਾ ਨੇੜੇ ਹੋ ਜਾਂਦਾ ਹੈ। ਸਹਿਬ ਕਹਿਣ ਲੱਗੇ, ਸੁਖ ਮੈਂ ਬਹੁ ਸੰਗੀ ਪਹੇ। ਹੇ ਮੇਰੇ ਮਨ, ਜਦੋਂ ਮੈਂ ਤੇਰੇ ਵੱਲ ਦੇਖਦਾ, ਸੁਖ ਦੇ ਅੰਦਰ ਦੁਨੀਆ ਦਾ ਸੁਖ ਕਹਿ ਲਈਏ ਜਾਂ ਹੋਰ ਵੀ ਅੱਗੇ ਜਾ ਕੇ ਆਪਾਂ ਇਸ ਨੂੰ ਵਾਚਨੇ ਆ। ਸੁਖ ਮੈਂ ਬਹੁ ਸੰਗੀ ਪਹੇ। ਹੇ ਮੇਰੇ ਮਨ, ਜਿਹੜੇ ਸੁਖ ਦੇ ਅੰਦਰ ਤੇਰੇ ਨਾਲ ਆਣ ਬੈਠਦੇ ਨੇ, ਤੇਰੇ ਭਾਈਵਾਲ ਬਣ ਜਾਂਦੇ ਨੇ, ਬਸ ਤੂੰ ਉਹਨਾਂ ਨੂੰ ਇਸ ਸਦੀਵ ਕਾਲ ਦਾ ਸਹਾਰਾ ਮੰਨ ਲੈਣਾ ਹੈ। ਇਸ ਤਰ੍ਹਾਂ ਦੇ ਤਾਂ ਹੋ ਸਕਦਾ ਤੇਰੇ ਜੀਵਨ ਦੇ ਅੰਦਰ ਬੜੇ ਆ ਜਾਣ। ਬਾਬਾ ਫਰੀਦ ਜੀ ਪਾਵਨ ਬਾਣੀ ਅੰਦਰ ਜ਼ਿਕਰ ਕਰਨ ਲੱਗੇ, ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੜਹਿੰਦੀ ਨਾ ਲਖਾਂ। ਸਹਿਮ ਕਹਿਣ ਲੱਗੇ, ਗੱਲਾਂ ਵਾਲੇ ਸੱਜਣ ਜਿਹੜੇ ਹਨ ਉਹ ਤਾਂ 20 ਮਿਲ ਜਾਣਗੇ। ਤਰ੍ਹਾਂ ਤਰ੍ਹਾਂ ਦੀਆਂ ਆ ਕੇ ਉਹ ਸੁੱਖਾਂ ਦੇ ਸਮੇਂ ਸਲਾਹਾਂ ਦੇਣਗੇ, ਤੇ ਕਈ ਵਾਰ ਉਸ ਦੀਆਂ ਸਲਾਹਾਂ, ਉਹਨਾਂ ਦੇ ਬਚਨ ਜਿਹੜੇ ਹਨ ਉਹ ਮਨ ਵੀ ਲਏ ਜਾਂਦੇ ਨੇ। ਸੁਖ ਮੈਂ ਬਹੁ ਸੰਗੀ ਪਏ। ਸੁਖ ਦੇ ਅੰਦਰ ਬੜੇ ਇਸ ਤਰ੍ਹਾਂ ਦੇ ਮਿੱਤਰ ਬਣ ਗਏ। ਇਨਸਾਨ ਦੀ ਹਾਲਤ ਐਸੀ ਕਿ ਜ਼ਿੰਦਗੀ ਦੇ ਅੰਦਰ ਦੋ ਸਮੇਂ ਆਉਂਦੇ ਨੇ।
एक है मंदहाली दा ते एक है खुशहाली दा। खुशहाली दे समय जिन्ने भी आण के कोल बैठ जाते ने ये सारियां नूं सदीव काल दा मित्र मन के बैठ जाता है। बस इत्थे ही ये इंसान धोखा खा जाता है। जिस दिन कोई मुसीबत पेगी, जिस दिन कोई औखी घड़ी आ गई, साहब कह लगे इन्हां विचों फिर कोई नहीं लभना। मित्रता चाहिदा सी एक ढाल वर्गा। जिवें आपां सतगुरु जी दियां जंगां युद्धां दी गल करदे हां, गुरु के सूरमे अज भी कुछ ऐसे ਜਿਹੜੇ ਆਪਣੇ ਕੋਲ ਸਾਰੇ ਹਥਿਆਰ ਰੱਖਦੇ ਨੇ, ਉਹ ਢਾਲ ਵੀ ਰੱਖਦੇ ਨੇ। ਭਾਵੇਂ ਅੱਜ ਦੇ ਸਮੇਂ ਜਿਹੜੀ ਬੁਲਟ ਪ੍ਰੂਫ ਜੈਕਟ ਹੈ ਉਸ ਨੂੰ ਅੱਜ ਦਾ ਇਨਸਾਨ ਜਲਦੀ ਸਮਝ ਲੈਂਦਾ ਹੈ, ਪਰ ਪੁਰਾਤਨ ਸਮੇਂ ਦੇ ਅੰਦਰ ਜੰਗਾਂ ਯੁੱਧਾਂ ਦੇ ਅੰਦਰ ਢਾਲ ਹੀ ਸਾਥ ਦਿਆ ਕਰਦੀ ਸੀ। ਜਿਸ ਵਕਤ ਕੋਈ ਸਾਹਮਣਿਓਂ ਆ ਕੇ ਵਾਰ ਕਰਨ ਲੱਗਦਾ ਹੈ ਤੇ ਗੁਰੂ ਕੇ ਸੂਰਮੇ ਅੱਗੇ ਢਾਲ ਦੇ ਉੱਪਰ ਉਸ ਦਾ ਵਾਰ ਰੋਕ ਲੈਂਦੇ ਸਨ। ਜਿਸ ਵਕਤ ਇਹ ਸੂਰਮੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਜਾਂਦੇ ਸਨ, ਹੁਣ ਢਾਲ ਅੱਗੇ ਅੱਗੇ ਲੈ ਕੇ ਨਹੀਂ ਸਨ ਤੁਰੇ ਫਿਰਦੇ, ਹੁਣ ਇਸ ਢਾਲ ਨੂੰ ਆਪਣੇ ਲੱਕ ਦੇ ਨਾਲ ਪਿੱਛੇ ਬੰਨ ਲੈਂਦੇ ਸਨ। ਕਹਿਣ ਤੋਂ ਭਾਵ ਕਿ ਜਿਸ ਵਕਤ ਦੁੱਖ ਆਇਆ ਇਹ ਢਾਲ ਅੱਗੇ ਹੋ ਗਈ, ਜਿਸ ਵਕਤ ਸੁੱਖ ਮਿਲਿਆ ਇਹ ਢਾਲ ਪਿੱਛੇ ਹੋ ਗਈ। ਦੁਨੀਆ ਦੇ ਮਿੱਤਰ ਵੀ ਕੁਝ ਇਸੇ ਤਰ੍ਹਾਂ ਦੇ ਚਾਹੀਦੇ ਸਨ ਕਿ ਜੇ ਸੁੱਖ ਮਿਲਿਆ ਹੈ ਤੇ ਅੱਗੇ ਅੱਗੇ ਹੋ ਕੇ ਸੁੱਖ ਤੂੰ ਮਾਣ, ਤੇ ਜੇ ਦੁੱਖ ਦੀ ਘੜੀ ਕਿਤੇ ਆ ਗਈ ਮੈਂ ਢਾਲ ਬਣ ਕੇ ਤੇਰੇ ਨਾਲ ਤੇਰੇ ਅੱਗੇ ਖੜਾਂਗਾ। ਪਰ ਇਹ ਵੱਖਰੀ ਗੱਲ ਹੈ ਕਿ ਇਸ ਤਰ੍ਹਾਂ ਦੇ ਸੱਜਣ ਜਿਹੜੇ ਸਨ ਉਹ ਬਹੁਤਾ ਲੰਬਾ ਸਮਾਂ ਸਾਥ ਨਾ ਦੇ ਗਏ। ਦੁਨੀਆ ਦੇ ਸੁੱਖ ਕੋਲ ਤੇ ਹਰ ਕੋਈ ਨੇੜੇ ਆਇਆ, ਦੁਨੀਆ ਦੇ ਦੁੱਖ ਆਣ ਪਏ, ਸੁੱਖ ਚਲੇ ਗਏ, ਤੇ ਉਸ ਵਕਤ ਇਹ ਮਿੱਤਰ ਦੋਸਤ ਜਿਹੜੇ ਸਨ ਇਹ ਸਾਰੇ ਸਾਥ ਛੱਡ ਕੇ ਚਲੇ ਜਾਂਦੇ ਨੇ। ਭਾਵੇਂ ਦੁੱਖ ਕਿਸੇ ਵੀ ਪ੍ਰਕਾਰ ਦਾ ਹੋਵੇ। ਇੱਕ ਵਿਦਵਾਨ ਦੇ ਬੋਲ ਕਹਿ ਲਗੇ, ਸਾਈਂ ਸਭ ਸੰਸਾਰ में मतलब का व्यवहार, जब लग पैसा गांठ में तब लगता को यार, यार यार संग डोले, पैसा रहा न पास, यार मुख से नहीं बोले। दुनिया दे सुख चले गए, ओही मित्र जेड़े नेड़े हो के बैठते सन वो सारे मित्र साथ छड़ के इस इंसान दा चले गए। हुण कोई भी इस दे नेड़े होण दा यतन नहीं करदा। जिस वक्त किते सुख सी ते 7 पीढ़ियां दूर भी ये रिश्तेदारी कढ लैंदा सी कि फलाना साडा रिश्तेदार, पर जे किते दुख दी घड़ी आ गई उस वक्त भरा भी भरा दा साथ देण वास्ते तैयार कोई नहीं हुंदा। ताई शायद साहब ने ये बोल पानी पावन बाणी अंदर कहे, कह लगे निर्धन आदर कोई ना दे, लाख जतन करे ओ चित ना धरे। जिस दिन दुनिया दा सुख तेरे कोल सारे नेड़े नेड़े, जिस दिन दुख आ गया विपता आ गई कोई नेड़े नहीं आउंदा, अपने भी साथ छड़ के चले जांदे ने। निर्धन आदर कोई ना दे, लाख जतन करे ओ चित ना धरे। ज्यों निर्धन सरदन कह जाए, आगे बैठा पीठ फिराए, जो सरदन निर्धन कह जाए, दिया आदर लिया बुलाए। निर्धन सरदन दोनों भाई, प्रभ की कला न मिटी जाई। कह कबीर निर्धन खे सोई, जाके हृदय नाम न हुई। सैम कह लगे मेरे घर दे अंदर ओ गरीब है जिस दे घर दे अंदर परमात्मा दा नाम नहीं। दुनिया दे लोग उस दे नाल नाल तुरदे ने जिस दे दुनिया दे सारे सुख मिल गए। सैम कह लगे जे करता ही चेते नहीं आया, फिटकार है इस तरह दा जीवन, इस तरह दा घर बार, इस तरह दी सेजा सुंदर सेज, अनेक सुख रस भोगन पूरे। ग्रह सोयन चंदन सुगंध लाए मोती हीरे, मन इच्छे सुख मानदा किस नाए वसूरे। सो प्रभ चित न आवी विष्टा के कीड़े, जे रब चेते नहीं ते दुनिया दे भावें सारे सुख भी ले लै, मेरिया नजरां अंदर तू प्रवान कोई नहीं। पर जे किते हिरदे अंदर करता है ते कोई इंसान एक झोपड़ी दे अंदर भी गुजारा कर रहा है।
ਦੁਨੀਆ ਦੇ ਸੁੱਖ ਬਹੁਤੇ ਕੋਲ ਨਹੀਂ, ਪਰ ਉਹ ਵੀ ਇਸ ਘਰ ਅੰਦਰ ਮਾਣ ਸਤਿਕਾਰ ਪਾ ਜਾਂਦਾ ਹੈ। ਸਾਹਿਬ ਕਹਿ ਲਗੇ ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਨਾ ਝੌਂਪੜੀ ਘਰ ਚੰਗਾ, ਨਾ ਤਨ ਦੇ ਉੱਪਰ ਪਾਇਆ ਹੋਇਆ ਲਿਬਾਸ ਚੰਗਾ, ਕੱਪੜੇ ਵੀ ਚੰਗੇ ਕੋਈ ਨਹੀਂ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਕੋਈ ਨੇੜੇ ਨਹੀਂ ਆਉਂਦਾ, ਮਿੱਤਰ ਨਾ ਇਠ ਤਨ ਰੂਪਹੀਣ ਕੀ ਸਾਕ ਨ ਸਿੰਨਾ। ਕਹਿ ਲਗੇ ਮੇਰੇ ਵਾਸਤੇ ਤਾਂ ਉਹ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ, ਦੁਨੀਆ ਭਾਵੇਂ ਉਸ ਨੂੰ ਸਤਿਕਾਰ ਨਾ ਦੇ, ਪਰ ਮੇਰੇ ਵਾਸਤੇ ਉਹ ਰਾਜਾ ਹੈ ਜਿਸ ਦੇ ਹਿਰਦੇ ਅੰਦਰ ਕਰਤਾ ਵਸ ਗਿਆ। ਸਹਿਮ ਬਚਨ ਸਾਂਝੇ ਕਰ ਰਹੇ ਨੇ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨ ਕੋਏ, ਦੁੱਖ ਦੇ ਅੰਦਰ ਤੇਰੇ ਕਿਸੇ ਵੀ ਨੇੜੇ ਨਹੀਂ ਆਉਣਾ। ਸ਼ਾਇਦ ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਹੀ ਇੱਕ ਹੋਰ ਸ਼ਬਦ ਦੇ ਅੰਦਰ ਬਿਆਨ ਕਰਦੇ ਨੇ। ਕਹਿਣ ਲੱਗੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਖੰਸ ਤਜੀ ਏਕ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਇਹ ਸੰਬੰਧੀ ਜਿਹੜੇ ਤੇਰੇ ਨੇੜੇ ਨੇੜੇ ਢੁਕਦੇ ਹਨ, ਸਭ ਤੋਂ ਪਹਿਲਾਂ ਜਿਸ ਦਿਨ ਮੌਤ ਹੋਣੀ ਹੈ, ਇਹਨਾਂ ਸੰਬੰਧੀਆਂ ਨੇ ਹੀ ਚੁੱਕ ਕੇ ਤੈਨੂੰ ਅੱਗ ਦੇ ਅੰਦਰ ਪਾ ਦੇਣਾ ਹੈ। ਸਹਿਮ ਕਹਿਣ ਲੱਗੇ ਕਿ ਸੁਖ ਮੈਂ ਬਹੁ ਸੰਗੀ ਪਏ। ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਇਹਨਾਂ ਦੇ ਨਾਲ ਨਹੀਂ ਵਿਚਰਨਾ, ਪਰਿਵਾਰ ਨੂੰ ਛੱਡ ਕੇ ਪਾਸੇ ਹੋ ਜਾਈਏ ਕਿ ਇਹਨਾਂ ਨੇ ਸਾਥ ਕੋਈ ਨਹੀਂ ਦੇਣਾ। ਨਹੀਂ, ਸਤਿਗੁਰੂ ਸਾਨੂੰ ਜ਼ਿੰਮੇਵਾਰੀਆਂ ਤੋਂ ਭਗੌੜਾ ਵੀ ਨਹੀਂ ਕਰ ਰਹੇ, ਕਿਉਂਕਿ ਰੱਬ ਨੇ ਆ ਕੇ ਆਪ ਥੱਲੇ ਕੱਲੇ ਕੱਲੇ ਘਰ ਦੇ ਅੰਦਰ ਆ ਕੇ ਰੋਜੀ ਰੋਟੀ ਨਹੀਂ ਦੇਣੀ। ਉਹ ਮਾਤਾ ਪਿਤਾ ਦੇ ਰੂਪ ਅੰਦਰ ਮਾਤਾ ਪਿਤਾ ਦੇ ਵਿੱਚ ਬੈਠ ਕੇ, ਜਿਵੇਂ ਕਿਸੇ ਫਿਲਮ ਦੇ ਅੰਦਰ ਵੱਖ-ਵੱਖ ਰੋਲ ਲੋਕ ਅਦਾ ਕਰਦੇ ਨੇ, ਇਸੇ ਤਰ੍ਹਾਂ ਰੱਬ ਵੀ ਸਾਡੇ ਅੰਦਰ ਬੈਠ ਕੇ ਕਿਸੇ ਅੰਦਰ ਉਹ ਪਿਤਾ ਵਾਲਾ ਰੋਲ ਨਿਭਾਈ ਜਾ ਰਿਹਾ ਹੈ, ਕਿਸੇ ਅੰਦਰ ਉਹ ਮਾਤਾ ਵਾਲਾ ਰੋਲ ਨਿਭਾਈ ਜਾ ਰਿਹਾ ਹੈ। ਅੱਗੇ ਤੂੰ ਲੱਗੇਗਾ, ਪਰ ਰੱਬ ਤੇਰੇ ਅੰਦਰ ਬੈਠ ਕੇ ਤੇਰੇ ਤੋਂ ਇਹ ਸਾਰੀਆਂ ਸੇਵਾਵਾਂ ਲਏਗਾ, ਕਰੇਗਾ ਉਹ ਸਭ ਕੁਝ ਆਪ। ਇਹ ਜ਼ਿੰਮੇਵਾਰੀਆਂ ਨੂੰ ਛੱਡ ਕੇ ਪਾਸੇ ਨਹੀਂ ਹੋਣਾ। ਨਾ ਹੀ ਸਤਿਗੁਰੂ ਕੁਝ ਇਸ ਤਰ੍ਹਾਂ ਦਾ ਸਿਖਾ ਰਹੇ ਨੇ। ਬਸ ਇਹੀ ਗੱਲਾਂ ਸਤਿਗੁਰੂ ਜੀ ਦੀਆਂ ਸਮਝਣ ਵਾਲੀਆਂ ਨੇ, ਕਿਉਂਕਿ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦੇ ਆ ਤੇ ਬਸ ਇਸ ਤਰ੍ਹਾਂ ਹੀ ਨਜ਼ਰ ਆਈ ਜਾਂਦਾ ਸਤਿਗੁਰੂ ਬੈਰਾਗ ਦੀਆਂ ਗੱਲਾਂ ਕਰੀ ਜਾਂਦੇ ਨੇ। ਨਹੀਂ, ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਨਹੀਂ ਕਹਿੰਦੇ ਕਿ ਸਾਰੀਆਂ ਜ਼ਿੰਮੇਵਾਰੀਆਂ ਛੱਡ ਦਿਓ ਤੇ ਪਾਸੇ ਹੋ ਜਾਓ, ਤੁਹਾਡੇ ਕੋਲ ਸਾਰੇ ਦੁਨੀਆ ਦੇ ਸੁੱਖ ਹੋਣੇ ਚਾਹੀਦੇ ਨੇ, ਪਰ ਇਹਨਾਂ ਸੁੱਖਾਂ ਦੇ ਅੰਦਰ ਇਸ ਗੱਲ ਨੂੰ ਚੇਤੇ ਰੱਖੀ ਕਿ ਜਿਸ ਦਿਨ ਬਿਪਤਾ ਆ ਗਈ, ਜਿਸ ਦਿਨ ਦੁੱਖ ਦੀ ਘੜੀ ਆ ਗਈ, ਇਹਨਾਂ ਵਿੱਚੋਂ ਕਿਸੇ ਸਾਥ ਨਹੀਂ ਦੇਣਾ, ਪਰ ਰਹਿਣਾ ਤੇ ਇਹਨਾਂ ਦੇ ਨਾਲ ਹੀ ਹੈ। ਜ਼ਿੰਮੇਵਾਰੀਆਂ ਤੇ ਸਾਰੀਆਂ ਨਿਭਾਉਣੀਆਂ ਨੇ। ਸਤਿਗੁਰੂ ਦੇ ਇਤਿਹਾਸ ਵਿੱਚੋਂ ਕੁਝ ਜਦੋਂ ਬੋਲ ਪੜ੍ਹਦੇ ਆ, ਮੈਂ ਬਚਨ ਸਾਂਝੇ ਕਰ ਰਿਹਾ ਕਿ ਕੱਲਾ ਬੈਰਾਗ ਦੀ ਗੱਲ ਹੀ ਨਹੀਂ। ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਸਮੇਤ ਇਹ ਕਾਫਲਾ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪਟਨਾ ਸਾਹਿਬ ਵੱਲ ਨੂੰ ਜਾ ਰਿਹਾ ਹੈ ਤੇ ਰਸਤੇ ਅੰਦਰ ਸਤਿਗੁਰੂ ਜੀ ਦਾ ਘੋੜਾ ਬਿਮਾਰ ਹੋ ਗਿਆ। ਹੁਣ ਉਹ ਘੋੜਾ ਜਿਹੜਾ ਹੈ ਕਾਫਲੇ ਦਾ ਸਾਥ ਨਹੀਂ ਦੇ ਸਕਦਾ, ਰਸਤੇ ਅੰਦਰ ਰੁਕਣਾ ਪੈ ਗਿਆ। ਤੇ ਜਿਸ ਵਕਤ ਸਤਿਗੁਰੂ ਜੀ ਕਿਸੇ ਨਗਰ ਦੇ ਵਿੱਚ ਕਿਸੇ ਦੀ ਇਹ ਸੇਵਾ ਸਿੱਖ ਪਰਿਵਾਰ ਦੀ ਲਾ ਗਏ ਕਿ ਇਸ ਘੋੜੇ ਦੀ ਸਾਂਭ ਸੰਭਾਲ ਕਰਨੀ। ਦੇਖੋ, ਮੈਂ ਜ਼ਿਕਰ ਕਰ ਰਿਹਾ ਕੱਲੀ ਬੈਰਾਗ ਦੀ ਗੱਲ ਜਾਂ ਦੁਨੀਆ ਦੇ ਸੁੱਖਾਂ ਨੂੰ ਛੱਡ ਕੇ ਇੱਕ ਪਾਸੇ ਹੋਣ ਦੀ ਗੱਲ ਗੁਰੂ ਤੇਗ ਬਹਾਦਰ ਨਹੀਂ ਸਿਖਾ ਰਹੇ। ਸਤਿਗੁਰੂ ਕੁਝ ਮੋਹ ਪਿਆਰ ਉਹ ਤੇ ਜੀਵਾਂ ਦੇ ਨਾਲ ਵੀ ਰੱਖ ਰਹੇ ਨੇ ਕਿ ਉਹ ਮਨੁੱਖ ਦੇ ਨਾਲ ਪਿਆਰ ਨਹੀਂ ਕਰਨਗੇ। ਅੱਗੇ ਚਲੇ ਗਏ ਪਰਿਵਾਰ ਸਮੇਤ ਤੇ ਅੱਗੇ ਜਾ ਕੇ ਫਿਰ ਉਸ ਨਗਰ ਅੰਦਰ ਉਹ ਸਿੱਖ ਪਰਿਵਾਰ ਨੂੰ ਪੱਤਰ ਭੇਜ ਰਹੇ ਨੇ ਕਿ ਇਸ ਘੋੜੇ ਦੀ ਸਾਂਭ ਸੰਭਾਲ ਕਰਨਾ, ਇਸ ਘੋੜੇ ਨੂੰ ਸਮੇਂ ਸਿਰ ਕੋਈ ਦਵਾਈ ਬੂਟੀ ਜੇ ਦੇਣੀ ਪੈ ਗਈ ਤੇ ਇਸ ਘੋੜੇ ਦਾ ਇਲਾਜ ਸਮੇਂ ਸਿਰ ਕਰਵਾ ਲਿਓ, ਕਿਉਂਕਿ ਸਤਿਗੁਰੂ ਕੱਲਾ
दुनिया तो भगौड़े होना ही नहीं सिखाउंदा। दूसरी घटना, जिस वक्त गुरु गोबिंद सिंह पातशाह का आगमन होया, सतगुरु गुरु तेग बहादुर साहब पिता जी पटना साहब की धरती ते नहीं हन, वो ते असम दे अंदर प्रचार कर रहे ने, ते पिछे जाके दो गुरु के सिखा ने यह सुनेहा दिता कि हे गुरु तेग बहादुर साहब जी, आप जी दे घर दे अंदर बेटे का जन्म होया है। ये बचन सुन के साहब ने मालिक का शुकराना किया कि गुज्जी छन्नी नाही बात गुरु नानक तुठा कीनी दात, अकाल पुरख ने बख्शिश की है। ते देखो सतगुरु कला मैं जिक्र कर रहा, मौत दियां गल्लां, ये दुख दियां गल्लां, इस पासे वाली ध्यान नहीं। हुण उथों पत्तर लिख रहे ने पटना साहिब दी संगत नूं कि इस बच्चे दी साम संभाल तुसीं करना, क्योंकि मैं इस समय असम दे इलाके अंदर प्रचार कर रहा, पता नहीं इस इलाके अंदर कितना समा लग जाए, इस करके ये आप जी दी जिम्मेवारी है। आप जी दे कोल मैं परिवार नूं छड्ड के आया। जे कला सतगुरु मौत दी गल्लां करदे हुंदे ते कदी घोड़े दा जिक्र ना करदे, कदी अपने लाल गोबिंद राय दा जिक्र ना करदे कि इन्हां दी साम संभाल करियो। खैर सहम कहन लगे, सुख में बहु संगी पहे दुख में संग ना कोई। ऐ इंसान, दुख दे अंदर गुरु तो बिना तेरा कोई भी सहाय नहीं होना। जे थोड़ा जा इन्हां बचनां नूं किते अंदर वल लै जाइए, सुख में बहु संगी पहे दुख में संग ना कोई। अंदर दी मैं गल कर लगा, अंदर पंज विकार, ते जिस वक्त अंदर कोई माड़ा फुरना फुरदा है, ये उसे वक्त सुख साथ देन लग जाते ने। कदी काम है, क्रोध है, लोभ मोह हंकार है, मन दे नाल जुड़नगे ते उसे वक्त ये उस पासे वल जाके कोई माड़ा कर्म कर देणगे। सुख में बहुत संगी पए, कला विकारां दे मैं सुखां दी गल कर रहा कि मन अंदर काम दा फुरना फुरिया, ये उसे वक्त मन नूं भी नाल लैके तुर पैणगे ते पता नहीं फिर केड़े केड़े ये दुनिया अंदर पाप करवा देन। सुख में बहुत संगी पए, ये विकार जेड़े खन उस वक्त साह दे लग पैंदे ने। ते नाल साहब कह रहे ने, दुख में संग ना कोई। जिस दिन ये विकार करके इंसान फड़िया जाता है, भावें वो कामी होवे, क्रोधी होवे, लोभी होवे, मोह करके हंकार करके विकारां करके ये किते फड़िया गया ते इन्हां विकारां विचों साथ देण वास्ते कोई भी तैयार नहीं हुंदा। उस वक्त पंच किरसानवा भाग गए, ये सारे साथ छड़ जाते ने। जिस दिन रब दे घर अंदर जीव दा लेखा जोखा होना है, इन्हां पंजां विचों भी किसी ने साथ नहीं देना। साहब जेड़े बोल सांझे कर रहे ने, सुख में बहु संगी पए पंच किरसानवा भाग गए, लै बांधियो जियो दरबारी। जिस दिन इसका लेखा जोखा होवेगा, यही पंजे साथ छड्ड के चले जाणगे। जे सतगुरु दी पावन बाणी विचों होर अगे देखदे हां, सुख में बहु संगी पए दुख में संग न कोई। दुख होर किहड़े हन? साहब ने पावन बाणी अंदर चार वड्डे दुखां दा जिक्र कीता। कहन लगे, दुख विछोड़ा, एक दुख भूख, एक दुख सख्त वार जमदूत, एक दुख रोग लगे तन धाए, वैद ना भूले दारू लाए। एक दुख है मालक दे नालों विछोड़ा पै जाना, एक दुख विछोड़ा, एक दुख भूख। दूसरा है कि इस दी तृष्णा जिहड़ी है बुझदी कोई नहीं। दूसरा दुख, भावें ये बन्ना पुरियां भार, दुनिया दा सारा ही खजाना, दुनिया दे सारे पदार्थ अपने घर दे अंदर ले आए, तां भी इस दी तृप्ति नहीं हुंदी। तीसरा दुख कह लीए तन नूं लगा होया रोग। ते चौथा दुख है कि एक दिन इस नूं जमा दी सजा मिलेगी, क्योंकि इसने जीवन दे अंदर कोई चंगा कर्म ही नहीं कीता। दुख विछोड़ा, एक दुख भूख, एक दुख सख्त वार जमदूत, एक दुख रोग लगे तन धाए, वैद न भूले दारू लाए। विछोड़ा पै गया। साहब ने पावन बाणी अंदर जदों विछोड़े दे दुख दी गल कीती,
ਤੇ ਉਹ ਬਾਹਰੀ ਕੁਝ ਪ੍ਰਮਾਣ ਦੇ ਕੇ ਸਾਨੂੰ ਸਮਝਾ ਰਹੇ ਨੇ। ਉਹਨਾਂ ਨੇ ਉਦਾਹਰਨ ਲੈ ਲਈ ਇੱਕ ਪੱਬਰ ਦੀ, ਇੱਕ ਤਲਾਬ ਦੀ, ਕਿ ਇਸ ਤਲਾਬ ਦੇ ਕੋਲ, ਇਸ ਪੱਬਰ ਦੇ ਕੋਲ ਕੁਝ ਦਿਨ ਪਹਿਲਾਂ ਵੀ ਆਏ। ਬੜਾ ਆਨੰਦ, ਬੜਾ ਇੱਥੇ ਖੇੜਾ ਸੀ। ਪੰਛੀ ਚਹਿ ਚਹਾ ਰਹੇ ਸਨ। ਇੱਥੇ ਪਸ਼ੂ ਆ ਕੇ ਕੁਝ ਸਮਾਂ ਪਾਣੀ ਪੀ ਕੇ ਦਰਖਤਾਂ ਦੀ ਛਾਇਆ ਹੇਠ ਬੈਠ ਜਾਂਦੇ ਸਨ। ਬੜਾ ਆਨੰਦ। ਅਸੀਂ ਵੀ ਕੁਝ ਸਮਾਂ ਉੱਥੇ ਬੈਠ ਗਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਫਿਰ ਕੁਝ ਕੁ ਦਿਨਾਂ ਬਾਅਦ ਫਿਰ ਮਨ ਅੰਦਰ ਖਿਆਲ ਆਇਆ ਕਿ ਅੱਜ ਉਸੇ ਪਾਸੇ ਵੱਲ, ਉਸੇ ਤਲਾਬ ਦੇ ਨੇੜੇ ਚੱਲੀਏ। ਭਾਈ ਮਰਦਾਨਾ ਜੀ ਦੇ ਨਾਲ ਜਦੋਂ ਉਸ ਪਾਸੇ ਵੱਲ ਗਏ, ਅੱਜ ਉਸ ਤਲਾਬ ਦੇ ਉੱਪਰ ਕੋਈ ਰੌਣਕ, ਕੋਈ ਖੇੜਾ ਨਹੀਂ ਰਹਿ ਗਿਆ। ਪਾਣੀ ਸੁੱਕ ਚੁੱਕਾ ਸੀ। ਪੰਛੀ ਵੀ ਇੱਥੇ ਨਹੀਂ, ਫੁੱਲ ਵੀ ਇੱਥੇ ਨਹੀਂ, ਪਸ਼ੂ ਵੀ ਇੱਥੇ ਕੋਈ ਨਹੀਂ। ਤੇ ਸਾਹਿਬ ਕਹਿਣ ਲੱਗੇ, ਮੈਂ ਹੁਣ ਉਸੇ ਪੱਬਰ, ਉਸ ਤਲਾਬ ਨੂੰ ਪੁੱਛ ਲਿਆ ਕੀ ਕਾਰਨ ਹੈ। ਤੇ ਅੱਜ ਤਲਾਬ ਅੱਗੋਂ ਉੱਤਰ ਦੇ ਰਿਹਾ ਸੀ ਕਿ ਮੇਰਾ ਸੰਬੰਧ ਚਸ਼ਮੇ ਦੇ ਨਾਲੋਂ ਟੁੱਟ ਗਿਆ। ਬਸ ਉਸੇ ਦਿਨ ਤੋਂ ਹੀ ਮੈਂ ਕਾਲਾ ਪੈ ਗਿਆ। ਜੇ ਮੇਰਾ ਸੰਬੰਧ ਪਿੱਛੇ ਫਿਰ ਕਿਸੇ ਨਹਿਰ ਦੇ ਨਾਲ, ਨਦੀ ਦੇ ਨਾਲ ਬਣ ਜਾਏ ਤੇ ਮੇਰੀ ਇਹ ਕਾਲਖ, ਜਿਹੜੀ ਪਹਿਲਾਂ ਬੜਾ ਆਨੰਦ ਆਉਂਦਾ ਸੀ, ਉਹ ਕਾਲਖ ਸਾਰੀ ਫਿਰ ਦੂਰ ਹੋ ਸਕਦੀ ਏ। ਜੇ ਸੰਬੰਧ ਕਿਤੇ ਅਸਲੇ ਦੇ ਨਾਲ ਬਣ ਜਾਏ, ਜੇ ਅਸਲੇ ਨਾਲ ਸੰਬੰਧ ਨਹੀਂ ਬਣਦਾ ਤੇ ਇਹ ਕਾਲਖ ਇਸੇ ਤਰ੍ਹਾਂ ਰਹੇਗੀ। ਦੁਨੀਆ ਅੰਦਰ ਆਏ ਹੋਏ ਜੀਵ ਜੇ ਕਰਤੇ ਨਾਲ ਸੰਬੰਧ ਨਹੀਂ ਬਣਦਾ ਤੇ ਇਹਨਾਂ ਸੁੱਖਾਂ ਤੋਂ ਬਾਅਦ ਇੱਕ ਦਿਨ ਦੁੱਖ ਆਉਣਾ ਹੈ ਤੇ ਇਹਨਾਂ ਵਿੱਚੋਂ ਤੇਰਾ ਕਿਸੇ ਵੀ ਸਹਾਈ ਨਹੀਂ ਹੋਣਾ। ਇਸ ਕਰਕੇ ਗੁਰੂ ਨੂੰ ਚੇਤੇ ਕਰ ਲੈ। ਅੱਗੇ ਸਾਹਿਬ ਕਹਿਣਾ ਹੈ, ਕਹੋ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ। ਜਦੋਂ ਇਹ ਦੁਨੀਆ ਦੇ ਲੋਕ ਸਾਥ ਛੱਡ ਕੇ ਅੰਤ ਆ ਗਿਆ, ਭਾਵੇਂ ਉਹ ਦੁਨੀਆ ਅੰਦਰ ਰਹਿੰਦਿਆਂ ਹੀ ਸੁੱਖਾਂ ਤੋਂ ਬਾਅਦ ਦਾ ਅੰਤ ਆ ਗਿਆ, ਭਾਵੇਂ ਸਰੀਰ ਛੱਡਣ ਵਾਲਾ ਅੰਤ ਆ ਗਿਆ, ਇਹਨਾਂ ਵਿੱਚੋਂ ਕਿਸੇ ਨਾਲ ਨਹੀਂ ਤੁਰਨਾ। ਸਾਹਿਬ ਕਹਿਣ ਲੱਗੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓਏ ਕਾਲੀ ਹੋਈਆ ਦੇਹੁਰੀ। ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ ਜਿਤ ਡਿਠੈ ਤਨ ਪਰਫੜੈ ਚੜੈ ਚਵਗਣ ਵਨ। ਪਾਣੀ ਆਪਣੇ ਅਸਲੇ ਦੇ ਨਾਲ ਜੁੜ ਜਾਏ ਤੇ ਉਹੀ ਹਰਿਆਵਲ ਫਿਰ ਆ ਜਾਂਦੀ ਏ। ਕਿਤੇ ਵੀ ਆਪਾਂ ਸੜਕ ਤੇ ਦੇਖਦੇ ਆਂ, ਥੋੜਾ ਜਿਹਾ ਪਾਣੀ ਕਿਸੇ ਖੱਡੇ ਅੰਦਰ ਪੈ ਗਿਆ ਤੇ ਬਦਬੂ ਮਾਰਨ ਲੱਗ ਜਾਂਦਾ ਹੈ। ਉਸੇ ਪਾਣੀ ਨੂੰ ਚੁੱਕ ਕੇ ਫਿਰ ਕੋਈ ਨਦੀ ਅੰਦਰ ਸੁੱਟ ਆਏ ਤੇ ਉਹੀ ਪਾਣੀ ਸਾਫ਼ ਸੁਥਰਾ ਹੋ ਜਾਂਦਾ ਹੈ। ਬਸ ਇਸੇ ਤਰ੍ਹਾਂ ਗੁਰੂ ਤੋਂ ਦੂਰ ਹੋਇਆ ਤੇ ਵਿਕਾਰ ਪੈਦਾ ਹੋ ਜਾਣਗੇ। ਜਦੋਂ ਗੁਰੂ ਦੇ ਨੇੜੇ ਆ ਗਿਆ ਤੇ ਸਾਰੇ ਵਿਕਾਰ ਗੁਰੂ ਖਤਮ ਕਰ ਦੇਗਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਦੂਸਰਾ ਹੈ ਸਾਰੇ ਪਦਾਰਥ ਮੇਰੇ ਘਰ ਅੰਦਰ ਆ ਜਾਣ। ਸਾਹਿਬ ਕਹਿਣ ਲੱਗੇ, ਕੱਲਾ ਤੂੰ ਨਹੀਂ, ਇਹ ਤੇ ਵੱਡੇ ਵੱਡੇ ਰਾਜਿਆਂ ਦੀ ਵੀ ਪਿਆਸ ਕੋਈ ਨਹੀਂ ਬੁੱਝੀ। ਸਾਹਿਬ ਨੇ ਪਾਵਨ ਬਾਣੀ ਅੰਦਰ ਇਸ ਦਾ ਜ਼ਿਕਰ ਕੀਤਾ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ, ਲਪਟ ਰੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੁਝੀ। ਸਾਹਿਬ ਕਹਿਣ ਲੱਗੇ, ਰਾਜਿਆਂ ਦੀ ਵੀ ਤ੍ਰਿਪਤੀ ਨਹੀਂ ਹੋਈ, ਪਰ ਜੇ ਗੁਰੂ ਦਾ ਸਿਧਾਂਤ ਕਿਤੇ ਕੋਲ ਹੋਵੇ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਵਰਗਾ ਉਹ ਦੁਨੀਆ ਦਾ ਵੀ ਰਾਜ ਕਰ ਜਾਂਦਾ ਹੈ ਤੇ ਰੱਬ ਦੇ ਘਰ ਅੰਦਰ, ਇਸ ਕੌਮ ਦੇ ਅੰਦਰ ਵੀ ਉਹ ਬੜਾ ਵੱਡਾ ਮਾਣ ਸਤਿਕਾਰ ਪ੍ਰਾਪਤ ਕਰ ਜਾਂਦਾ ਹੈ। ਤੀਸਰਾ ਦੁੱਖ ਹੈ ਜਮਾਂ ਦਾ। ਸਾਹਿਬ ਕਹਿਣ ਲੱਗੇ, ਜੇ ਕਿਤੇ ਗੁਰੂ ਕੀ ਵਿਚਾਰ ਕੋਲ ਹੋਵੇਗੀ ਤੇ ਇਹ ਜਮ ਵੀ ਤੈਨੂੰ ਕੁਝ ਨਹੀਂ ਕਹਿ ਸਕਦੇ, ਕਿਉਂਕਿ ਸੰਤਨ ਮੋਕੋ ਕੁੰਜੀ ਸੌਂਪੀ तो उतरिया मन का धोखा, धर्म राय अब कहा करेगो जो फाटियो सगलो लेखा। जदों गुरु ने मेरे लेखे जोखी पाड़ दिते, हुण धर्म राज भी मेरा कुछ नहीं कर सकदा। ते चौथा दुख साहब कहन लगी, शरीर नूं रोग लग जाना। जे किते शरीर नूं रोग लग जांदा है ते साहब कहन लगे, गुरु दी शरण अंदर आके पुकार कर, गुरु तेरे शरीर दे इस रोग नूं भी कट देगा। साहब जी दे जेड़े बोल सांझे कर रहे हैं, सुख में बहु संगी भए दुख में संग न कोए, कहो नानक हर भज मना अंत सहाई होए। जे गुरु नूं चेते कर लेगा, गुरु तेरे तन दा भी रोग कट देगा। क्योंकि इस घर दे अंदर जे किते विश्वास पूर्ण तौर ते गुरु उपर बन गया ते फिर साहब कह लगे, इन्नी बख्शिश रहमत वापरेगी। दुख भंजन तेरा नाम जी, दुख भंजन तेरा नाम,
ਤੂੰ ਸਾਰੇ ਇਹਨਾਂ ਰੋਗਾਂ ਨੂੰ ਕੱਟ ਸਕਦਾ ਹੈ। ਤਾਤੀ ਭਾਵ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ RAM ਕਰ ਦੁੱਖ ਲੱਗੇ ਨਾ ਪਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, RAM ਨਾਮ ਔਖਦ ਦਿਆ ਏਕਾ ਲਿਵਲਾਈ। ਰਾਖ ਲਿਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ, ਕਉ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ। ਜੇ ਗੁਰੂ ਉਪਰ ਪੂਰਨ ਤੌਰ ਤੇ ਵਿਸ਼ਵਾਸ ਹੋ ਗਿਆ ਤੇ ਗੁਰੂ ਤੇਰੇ ਇਸ ਰੋਗ ਨੂੰ ਖਤਮ ਕਰ ਦੇਗਾ। ਤੇ ਜੇ ਅਜੇ ਵਿਸ਼ਵਾਸ ਅਧੂਰਾ ਹੈ ਤੇ ਗੁਰੂ ਨੇ ਫਿਰ ਕੀ ਕੀਤਾ, ਫਿਰ ਇਸ ਗੁਰਦੁਆਰੇ ਦੇ ਨਾਲ ਡਿਸਪੈਂਸਰੀਆਂ ਬਣਾ ਦਿੱਤੀਆਂ ਕਿ ਜੇ ਤੇ ਵਿਸ਼ਵਾਸ ਗੁਰੂ ਤੇ ਪੂਰਾ ਹੈ ਤੇ ਗੁਰੂ ਇਸ ਰੋਗ ਨੂੰ ਕੱਟ ਦੇਗਾ। ਜੇ ਵਿਸ਼ਵਾਸ ਅਧੂਰਾ ਹੈ ਤੇ ਇਸ ਘਰ ਵੱਲ ਆਉਣ ਵਾਲਿਆ, ਇਥੋਂ ਮੈਂ ਤੈਨੂੰ ਰੋਗੀ ਵਾਪਸ ਨਹੀਂ ਜਾਣ ਦੇਣਾ। ਫਿਰ ਡਿਸਪੈਂਸਰੀ ਦੇ ਅੰਦਰ ਚਲਾ ਜਾ, ਉਸ ਡਿਸਪੈਂਸਰੀ ਦੇ ਅੰਦਰ ਜਾ ਕੇ ਦਵਾਈ ਲੈ ਲਈ। ਇਥੋਂ ਰੋਗੀ ਨਹੀਂ, ਇਥੋਂ ਅਰੋਗ ਹੋ ਕੇ ਵਾਪਸ ਜਾਣਾ ਹੈ। ਤੇ ਅੱਜ ਸਾਨੂੰ ਬਹੁਤਾਤ ਸਮਝ ਨਹੀਂ ਆਈ। ਜੇ ਗੁਰੂ ਨੇ ਸਾਡੇ ਉੱਪਰ ਇੰਨੀ ਬਖਸ਼ਿਸ਼ ਰਹਿਮਤ ਕਰ ਦਿੱਤੀ ਤੇ ਅੱਜ ਜਿਹੜੀ ਇਹ ਬਿਮਾਰੀ ਚੱਲ ਰਹੀ ਏ, ਇਸ ਤੋਂ ਡਰਦੇ ਹੋਏ ਆਪਾਂ ਗੁਰੂ ਘਰਾਂ ਦੇ ਅੰਦਰ ਵੀ ਪਹੁੰਚਣ ਦਾ ਯਤਨ ਨਹੀਂ ਕਰ ਰਹੇ। ਜੇ ਸੰਗਤਾਂ ਨਾ ਆਉਣਗੀਆਂ ਤੇ ਆ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਇਹਨਾਂ ਪ੍ਰਬੰਧਕਾਂ, ਇਹਨਾਂ ਸੰਗਤਾਂ ਨੇ ਉਲੀਕੇ ਨੇ, ਇਹ ਕਿਹਦੇ ਨਾਲ ਹੋਣਗੇ। ਜਿੱਥੋਂ ਤੱਕ ਵੀ ਇਹ ਆਵਾਜ਼ ਜਾ ਰਹੀ ਏ, ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਸੰਗਤਾਂ ਦੇ ਨਾਲ ਹੀ ਸਾਰਾ ਕੰਮ ਹੋਣਾ ਹੈ। ਇਸ ਗੁਰੂ ਦੇ ਉੱਪਰ ਕਿਤੇ ਵਿਸ਼ਵਾਸ ਰੱਖੋ। ਇਸ ਘਰ ਦੇ ਅੰਦਰ ਦੁਸ਼ਮਣਾਂ ਦੇ ਬੱਚੇ ਜੇ ਆਉਂਦੇ ਨੇ, ਸਤਿਗੁਰੂ ਦਾ ਘਰ ਕਿਸੇ ਨੂੰ ਦੁਸ਼ਮਣ ਨਹੀਂ ਸਮਝਦਾ। ਜੇ ਇੱਥੇ ਦੁਸ਼ਮਣਾਂ ਦੇ ਬੱਚੇ ਆਉਂਦੇ ਨੇ, ਔਰੰਗਜ਼ੇਬ ਬਾਦਸ਼ਾਹ ਦਾ ਭਰਾ ਦਾਰਾ ਸ਼ਿਕੋ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ, ਗੁਰੂ ਹਰਿ ਰਾਏ ਸਾਹਿਬ ਜੀ ਦੇ ਕੋਲ ਜਿਹੜੀ ਦਵਾਈ ਪੂਰੀ ਦੁਨੀਆ ਅੰਦਰ ਕਿਤੇ ਨਹੀਂ ਮਿਲੀ, ਉਹ ਦਵਾਈ ਇਸ ਘਰ ਦੇ ਵਿੱਚੋਂ ਮਿਲੀ। ਤੇ ਉਹੀ ਦਾਰਾ ਸ਼ਿਕੋ ਇਸ ਘਰ ਦੇ ਵਿੱਚੋਂ ਦੇਹ ਅਰੋਗਤਾ ਲੈ ਲੈਂਦਾ ਹੈ। ਤੇ ਅਸੀਂ ਇਸ ਘਰ ਦੇ ਅੰਦਰ ਕਹਿੰਦੇ ਆ, ਨਾ ਇਸ ਘਰ ਦੇ ਅੰਦਰ ਸੰਗਤ ਬੈਠੀ ਹੋਏਗੀ, ਸਾਨੂੰ ਕੋਈ ਬਿਮਾਰੀ ਲੱਗ ਜਾਏਗੀ। ਬਾਹਰ ਤੇ ਜਦੋਂ ਆਪਾਂ ਸਬਜ਼ੀ ਮੰਡੀ ਜਾਂਦੇ ਆ, ਉਦੋਂ ਵੀ ਇੰਨੇ ਵੱਡੇ ਇਕੱਠ ਹਨ। ਰੇਲਵੇ ਸਟੇਸ਼ਨ ਤੇ ਚਲੇ ਜਾਂਦੇ ਆ, ਉਦੋਂ ਵੀ ਇੰਨੇ ਵੱਡੇ ਇਕੱਠ ਹਨ। ਬੱਸ ਸਟੈਂਡ ਤੇ ਚਲੇ ਜਾਈਏ, ਉਦੋਂ ਵੀ ਇੰਨੇ ਵੱਡੇ ਇਕੱਠ। ਬੜੀਆਂ ਥਾਵਾਂ ਤੇ ਸਾਨੂੰ ਵੱਡੇ ਵੱਡੇ ਇਕੱਠ ਮਿਲ ਜਾਂਦੇ ਨੇ। ਤੇ ਜਿੱਥੇ ਆ ਕੇ ਇਸ ਦੁੱਖ ਨੇ ਕੱਟੇ ਜਾਣਾ ਹੈ, ਉਸ ਘਰ ਦੇ ਅੰਦਰ ਕਹਿੰਦੇ ਆ, ਨਾ ਸਾਨੂੰ ਕੋਈ ਰੋਗ ਲੱਗ ਜਾਏਗਾ। ਵਿਸ਼ਵਾਸ ਗੁਰੂ ਦੇ ਉੱਪਰ ਕਿਤੇ ਬਣਾਈਏ, ਗੁਰੂ ਤੇਰੇ ਰੋਗ ਨੂੰ ਕੱਟ ਕੇ ਰੱਖ ਦੇਗਾ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਫਿਰ ਆ ਸਾਰੇ ਬਚਨਾਂ ਦਾ ਕੀ ਕਰਾਂਗੇ ਜੇ ਇਸ ਦਰ ਤੇ ਵੀ ਆ ਕੇ ਕਿਤੇ ਰੋਗ ਲੱਗ ਗਿਆ। ਇਸ ਕਰਕੇ ਗੁਰੂ ਕੀ ਸੰਗਤ ਵੱਧ ਚੜ ਕੇ ਗੁਰੂ ਘਰਾਂ ਦੇ ਅੰਦਰ ਹਾਜ਼ਰੀਆਂ ਭਰੋ। ਆਪ ਸੰਗਤਾਂ ਦੇ ਨਾਲ ਇਹ ਵੱਡੇ ਵੱਡੇ ਜਿਹੜੇ ਸਮਾਗਮ ਹਨ, ਇਹਨਾਂ ਦੀਆਂ ਰੌਣਕਾਂ ਜੇ ਬਣਨੀਆਂ ਨੇ ਤੇ ਆਪ ਸੰਗਤਾਂ ਦੇ ਨਾਲ ਬਣਨੀਆਂ ਨੇ। ਵੱਧ ਤੋਂ ਵੱਧ ਮਾਇਆ ਦੀ ਜਿਹੜੀ ਆਉਣ ਵਾਲੇ ਦਿਨਾਂ ਅੰਦਰ ਲੋੜ ਹੈ, ਉਸ ਮਾਇਆ ਦੇ ਨਾਲ ਵੀ ਸੇਵਾ ਕੀਤੀ ਜਾਏ। ਤੇ ਆਪ ਵੀ ਮੈਂ ਰਾਤ ਦੇ ਦੀਵਾਨਾਂ ਅੰਦਰ ਵੀ ਗੁਰਦੁਆਰਾ ਸਾਹਿਬ ਵਿਖੇ ਇਹ ਬੋਲ ਸਾਂਝੇ ਕਰ ਰਿਹਾ ਸਾਂ। ਅੱਜ ਤੇ ਬਹੁਤਾਤ ਕੰਮ ਜਿਹੜਾ ਹੈ ਉਹ ਠੇਕੇ ਤੇ ਹੁੰਦਾ ਜਾ ਰਿਹਾ ਹੈ। ਸਬਜ਼ੀਆਂ ਕੱਟਣ ਵਾਲੇ ਵੀ ਬਾਹਰੋਂ ਆਉਣਗੇ, ਇਸ ਘਰ ਦੇ ਅੰਦਰ ਪ੍ਰਸ਼ਾਦਾ ਬਣਾਉਣ ਵਾਲੇ ਵੀ ਬਾਹਰੋਂ ਆਉਣਗੇ, ਇਸ ਘਰ ਅੰਦਰ ਸਬਜ਼ੀ ਬਣਾਉਣ ਵਾਲੇ ਵੀ ਬਾਹਰੋਂ ਆਉਣਗੇ। ਉਹਨਾਂ ਨੂੰ ਪੈਸੇ ਦੇ ਦੇਵਾਂਗੇ, ਉਹ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਕੇ ਚਲੇ ਜਾਣਗੇ। ਤੇ ਫਿਰ ਐ ਇਨਸਾਨ, ਤੂੰ ਸੇਵਾ ਜਿਹੜੀ ਹੈ ਉਹ ਕਿੱਥੋਂ ਸਿੱਖੇਗਾ। ਇਸ ਘਰ ਦੇ ਅੰਦਰ ਆ ਕੇ ਤੇ ਸੇਵਾਵਾਂ ਸਿੱਖਣੀਆਂ ਸਨ ਕਿ ਕਿਵੇਂ ਗੁਰੂ ਘਰ ਦੇ ਅੰਦਰ ਇਹ ਸੇਵਾ ਪ੍ਰਵਾਨ ਹੋਣੀ ਹੈ। ਇਸ ਘਰ ਵਿੱਚੋਂ ਸਿੱਖ ਕੇ ਤੇ ਬਾਹਰ ਜਾ ਕੇ ਸੇਵਾਵਾਂ ਕਰਨੀਆਂ ਸਨ। ਪਿਛਲੇ ਦਿਨੀ ਵੀ ਕੁਝ ਸਾਂਝ ਪਾ ਰਹੇ ਸਾਂ ਕਿ ਬਹੁਤੀਆਂ ਸੇਵਾਵਾਂ ਤੇ ਸਾਡੇ ਤੋਂ ਚਲੀਆਂ ਗਈਆਂ। ਪੁਰਾਤਨ ਸਮੇਂ ਅੰਦਰ ਦੇਖਦੇ ਸਾਂ ਸੰਗਤਾਂ ਨੂੰ ਪੱਖੇ ਝੱਲੇ ਜਾਂਦੇ ਸਨ। ਅੱਜ ਉਹ ਸੇਵਾਵਾਂ ਜਿਹੜੀਆਂ ਨੇ ਉਹ ਸਾਰਾ ਕੰਮ ਬਿਜਲੀ ਕਰ ਰਹੀ ਏ। ਇਸ ਘਰ ਦੇ ਅੰਦਰ ਪਾਣੀ ਦੂਰ ਦੂਰ ਤੋਂ ਲਿਆਏ ਜਾਂਦੇ ਸਨ, ਉਹ ਵੀ ਇਸ ਘਰ ਦੇ ਅੰਦਰ ਸਾਰਾ ਪ੍ਰਬੰਧ ਹੋ ਚੁੱਕਿਆ ਹੈ। ਇਸ ਘਰ ਦੇ ਅੰਦਰ ਖੱਤੀ ਪ੍ਰਸ਼ਾਦੇ ਬਣਾਏ ਜਾਂਦੇ ਸਨ,
ਆਟਾ ਗੁੰਨਿਆ ਜਾਂਦਾ ਸੀ, ਉਹ ਵੀ ਸਾਰਾ ਕੰਮ ਮਸ਼ੀਨਾਂ ਕਰੀ ਜਾਂਦੀਆਂ ਨੇ। ਤੇਰੇ ਜੋਗੀ ਸੇਵਾ ਕਿੰਨੀ ਕੁ ਰਹਿ ਗਈ? ਕਿਤੇ ਜਿਹੜੀ ਥੋੜੀ ਬਹੁਤੀ ਰਹਿ ਗਈ ਇਹੀ ਸੇਵਾ ਕਰ ਲੈ। ਸਹਿਬ ਕਹਿਣ ਲੱਗੇ ਜਿਨ੍ਹਾਂ ਨੂੰ ਕਿਤੇ ਸੇਵਾ ਕਰਨ ਦੀ ਜਾਚ ਆ ਗਈ, ਜਿਨ੍ਹਾਂ ਦਾ ਗੁਰੂ ਉੱਪਰ ਕਿਤੇ ਭਰੋਸਾ ਬਣ ਗਿਆ, ਗੁਰੂ ਫਿਰ ਉਹਨਾਂ ਦੀਆਂ ਸਾਰੀਆਂ ਬਿਮਾਰੀਆਂ, ਸਾਰੇ ਦੁੱਖਾਂ ਨੂੰ ਕੱਟ ਦਿੰਦਾ ਹੈ। ਵਿਸ਼ਵਾਸ ਬਣਾ। ਜੇ ਵਿਸ਼ਵਾਸ ਅਧੂਰਾ ਹੈ ਤੇ ਮੈਂ ਜ਼ਿਕਰ ਕੀਤਾ ਡਿਸਪੈਂਸਰੀ ਬਣਾਈ ਗਈ ਕਿ ਇਸ ਘਰ ਵੱਲ ਆਉਣ ਵਾਲਿਆ ਰੋਗੀ ਉਸ ਰੋਗ ਦੇ ਸਮੇਤ ਹੀ ਕਿਤੇ ਵਾਪਸ ਨਾ ਚਲਾ ਜਾਈਂ, ਗੁਰੂ ਤੇਰੇ ਰੋਗ ਨੂੰ ਕੱਟ ਦੇਗਾ। ਖੈਰ ਸਾਹਿਬ ਜਿਹੜੇ ਬੋਲਾਂ ਦੀ ਸਾਂਝ ਪਾ ਰਹੇ ਨੇ, ਸਾਹਿਬ ਕਹਿਣ ਲੱਗੇ ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਜਿਸ ਦਿਨ ਮੁਸੀਬਤ ਪੈ ਗਈ, ਗੁਰੂ ਤੋਂ ਬਿਨਾ ਤੇਰਾ ਕਿਸੇ ਵੀ ਸਹਾਈ ਨਹੀਂ ਹੋਣਾ। ਪਿੱਛੇ ਵਿਚਾਰ ਰਹੇ ਸਾਂ ਕਿ ਜੇ ਹਿੰਦੂ ਧਰਮ ਦੇ ਉੱਪਰ ਵਿਪਤਾ ਪਈ, ਕੋਈ ਸਹਾਈ ਨਹੀਂ ਬਣਿਆ, ਅੰਤ ਸਹਾਈ ਹੋਏ ਗੁਰੂ ਤੇਗ ਬਹਾਦਰ ਸਾਹਿਬ। ਇਸ ਘਰ ਦੇ ਅੰਦਰ ਆਨੰਦਪੁਰ ਸਾਹਿਬ ਵੱਲ ਆਉਣ ਵਾਲੇ ਉਹਨਾਂ ਪੰਡਤਾਂ ਨੂੰ ਕਹਿ ਦਿੰਦੇ ਨੇ ਕਿ ਜਾਓ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁਝਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਂਗਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਅੰਦਰ ਲਹੂ ਆਪਣਾ। ਭਾਰਤ ਵਰਸ਼ ਦਾ ਬਾਗ ਤਾਂ ਫੜ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਏ। ਇਹਨਾਂ ਮੰਦਰਾਂ ਦੇ ਅੰਦਰ ਦੀਵਿਆਂ ਵਿੱਚ ਤੇਲ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖੂਨ ਦੇ ਨਾਲ ਇਹਨਾਂ ਮੰਦਰਾਂ ਦੇ ਅੰਦਰ ਦੀਵੇ ਜਗ ਰਹੇ ਨੇ। ਸਤਿਗੁਰੂ ਦਾ ਘਰ ਤੈਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ। ਇਸ ਘਰ ਦੇ ਅੰਦਰ ਆ ਸਾਹਿਬ ਕਹਿਣ ਲੱਗੇ ਮੈਂ ਤੇਰਾ ਸਹਾਈ ਹੋਵਾਂਗਾ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ, ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ। ਇੰਨੇ ਜਨਮਾਂ ਦੇ ਅੰਦਰ ਭਟਕ ਕੇ ਆ ਗਿਆ, ਅਜੇ ਵੀ ਗੁਰੂ ਉੱਪਰ ਵਿਸ਼ਵਾਸ ਭਰੋਸਾ ਨਹੀਂ ਕਰ ਰਿਹਾ। ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੇਂ ਬਾਸ। ਗੁਰੂ ਉੱਪਰ ਮੇਰੇ ਮਨ ਭਰੋਸਾ ਕਰ, ਤੇਰਾ ਵਾਸਾ ਜਿਉਂਦੇ ਜੀ ਗੁਰੂ ਸੱਚਖੰਡ ਵਿੱਚ ਕਰ ਦੇਗਾ। ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ। ਸਾਹਿਬ ਕਹਿਣ ਲੱਗੇ ਦੁਨੀਆ ਦਾ ਦਸਤੂਰ ਇਹ ਹੰਕਾਰ ਬੜੀ ਛੇਤੀ ਕਰ ਲੈਂਦਾ, ਪਰ ਉਹ ਕਰਦੇ ਨੇ ਜਿਨ੍ਹਾਂ ਕੋਲ ਗੁਰੂ ਕੀ ਵਿਚਾਰ ਨਹੀਂ। ਜਿਨ੍ਹਾਂ ਕੋਲ ਗੁਰੂ ਕੀ ਵਿਚਾਰ ਆ ਜੇ ਉਹ ਕਹਿਣ ਲੱਗੇ ਸਾਰੀਆਂ ਦਾਤਾਂ ਤੇਰੀਆਂ ਹਨ, ਜੇ ਤੂੰ ਸਵਾਸ ਹੀ ਮੈਨੂੰ ਅੱਗੇ ਨਾ ਦਿੰਦਾ ਤੇ ਮੈਂ ਤੇ ਇੱਥੇ ਦਾ ਇੱਥੇ ਹੀ ਰੁਕ ਜਾਣਾ ਸੀ। ਕਾਹਦਾ ਮਾਣ ਕਾਹਦਾ ਹੰਕਾਰ, ਤੂੰ ਸਵਾਸ ਚਲਾਈ ਜਾ ਰਿਹਾ ਤੇ ਮੈਂ ਦੁਨੀਆ ਅੰਦਰ ਕੁਝ ਕਾਮਯਾਬੀ ਲੈ ਲਈ। ਇੱਥੇ ਗੁਰੂ ਤੋਂ ਦੂਰ ਹੋਇਆ ਕੁਝ ਵਿਦਿਆ ਪੜ ਜਾਏ ਤਾਂ ਹੰਕਾਰ, ਸਰੀਰ ਵੱਡਾ ਬਲਵਾਨ ਮਿਲ ਜਾਏ ਤਾਂ ਹੰਕਾਰ, ਉੱਚੀ ਕੋਈ ਪਦਵੀ ਮਿਲ ਗਈ ਤਾਂ ਹੰਕਾਰ। ਸਹਿਬ ਕਹਿਣ ਲੱਗੇ ਕਬੀਰ ਮਾਇਆ ਤਜੀ ਤਾਂ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਛੱਡਣਾ ਤੇ ਹੰਕਾਰ ਨੂੰ ਸੀ, ਪਰ ਇਹ ਮਾਇਆ ਨੂੰ ਇਹਨਾਂ ਪਦਾਰਥਾਂ ਨੂੰ ਛੱਡ ਕੇ ਪਹਾੜਾਂ ਤੇ ਚੜ ਗਿਆ। ਸਾਹਿਬ ਕਹਿਣ ਲੱਗੇ ਨਹੀਂ ਤੇਰਾ ਭੁਲੇਖਾ ਹੈ, ਹੰਕਾਰ ਨੂੰ ਛੱਡ ਦੇ, ਹਰ ਇੱਕ ਚੀਜ਼ ਦੇ ਉੱਪਰ ਮੋਹਰ ਆਪਣੀ ਨਾ ਲਾ, ਹਰ ਚੀਜ਼ ਹੀ ਗੁਰੂ ਦੀ ਕਹੀ ਜਾ ਤੇ ਵਰਤੀ ਭਾਵੇਂ ਸਾਰਾ ਕੁਝ ਜਾ। ਘਰ ਵੀ ਤੇਰਾ, ਗੱਡੀ ਵੀ ਤੇਰੀ, ਸੰਤਾਨ ਵੀ ਤੇਰੀ, ਰੱਬ ਨੇ ਤੇ ਆ ਕੇ ਨਹੀਂ ਵਰਤਣਾ, ਬਸ ਇੰਨਾ ਹੀ ਕਹੀ ਜਾ ਮੇਰੇ ਮਾਲਕ ਗੱਡੀ ਵੀ ਤੇਰੀ, ਵਰਤਨਾ ਤੂੰ ਹੀ ਇਹ ਸਾਰਾ ਕੁਝ, ਗੱਡੀ ਵੀ ਤੇਰੀ, ਘਰ ਵੀ ਤੇਰਾ, ਆ ਬੱਚੇ ਆ ਸੰਤਾਨ ਇਹ ਵੀ ਤੇਰੇ। ਦੁਨੀਆ ਅੰਦਰ ਜੇ ਇੱਜ਼ਤ ਮਾਣ ਦਵਾ ਦਿੱਤਾ ਤੇ ਇਹ ਵੀ ਤੇਰੇ ਕਰਕੇ, ਸਾਰਾ ਕੁਝ ਤੂੰ ਵਰਤੀ ਜਾ, ਰੱਬ ਨੇ ਨਹੀਂ ਵਰਤਣਾ। ਪਰ ਸਾਹਿਬ ਕਹਿਣ ਲੱਗੇ ਉਸ ਦਾ ਸ਼ੁਕਰਾਨਾ ਕਰੀ ਜਾ। ਯਤਨ ਬਹੁਤ ਮੈਂ ਕਰ ਰਿਓ ਮਿਟਿਓ ਨਾ ਮਨ ਕੋ ਮਾਨ। ਸਾਹਿਬ ਕਹਿਣ ਲੱਗੇ ਜੇ ਗੁਰੂ ਵਿਚਾਰ ਕੋਲ ਹੋਈ ਤੇ ਮਾਨ ਮਿਟ ਜਾਏਗਾ, ਨਹੀਂ ਤੇ ਫਿਰ ਇਹ ਮਾਨ ਵੱਧਦਾ ਜਾਏਗਾ ਤੇ ਇਹ ਮਾਨ ਇੱਕ ਦਿਨ ਇਸ ਨੂੰ ਡੋਬ ਦੇਗਾ। ਦੁਰਮਤ ਸਿਓ ਨਾਨਕ ਫੰਦਿਓ, ਫਿਰ ਇਹ ਉਸ ਮਾੜੀ ਮਤ ਦੇ ਅੰਦਰ ਹੀ ਫਸ ਜਾਏਗਾ। ਦੁਰਮਤ ਸਿਓ ਨਾਨਕ ਫੰਦਿਓ, ਰਾਖ ਲਿਓ ਭਗਵਾਨ। ਅਜੇ ਵੀ ਇਹ ਬੇਨਤੀ ਹੈ ਮੇਰੇ ਮਾਲਕ ਜੀ, ਦੁਨੀਆ ਅੰਦਰ ਜੇ ਸੁੱਖ ਸਾਡੇ ਕੋਲ ਹੈ ਤੇ ਸਾਰੇ ਨਾਲ ਤੁਰਦੇ ਨੇ, ਜੇ ਦੁੱਖ ਆ ਜਾਏ ਤੇ ਕੋਈ ਵੀ ਨਾਲ ਨਹੀਂ ਤੁਰਦਾ। ਇਸ ਕਰਕੇ ਕਿਰਪਾ ਕਰ ਮੈਨੂੰ ਮਿੱਤਰ ਬਣਾਉਣ ਦੀ ਵੀ ਜਾਂਚ ਆ ਜਾਏ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੀ ਸਈ। ਹਉ ਢੁੰਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕਈ। ਸੱਜਣ ਸੱਚਾ ਪਾਤਸ਼ਾਹ ਮਿੱਤਰ ਬਣਾਉਣਾ ਸਾਨੂੰ ਆ ਜਾਏ, ਕਿਉਂਕਿ ਉਹ ਧੁਰ ਤੱਕ ਨਾਲ ਚੜਦਾ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਕਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ।
ਦੁਨੀਆ ਦੇ ਕਿਸੇ ਮਾਇਆ ਧਾਰੀ ਦੇ ਘਰ ਅੰਦਰ ਕੋਈ ਗਰੀਬ ਚਲਾ ਜਾਏ ਜਾਂ ਬਾਹਰ ਨਿਕਲਦਾ ਹੋਵੇ ਤੇ ਆਉਂਦੇ ਜਾਂਦੇ ਲੋਕ ਕਹਿਣਗੇ ਜਾਂ ਤਾਂ ਇਹ ਮਾਇਆ ਦੇਣ ਵਾਸਤੇ ਗਿਆ ਹੋਣਾ ਤੇ ਜਾਂ ਇਹ ਮਾਇਆ ਲੈ ਕੇ ਆਇਆ ਹੈ, ਜਾਂ ਘਰ ਅੰਦਰ ਪਹਿਲਾਂ ਲੈ ਕੇ ਗਿਆ ਹੋਏਗਾ ਦੇਣ ਆਇਆ ਹੋਏਗਾ ਤੇ ਜਾਂ ਇਹ ਵਾਪਸ ਅੱਜ ਲੈ ਕੇ ਗਿਆ। ਪਰ ਇਸ ਘਰ ਅੰਦਰ ਜਿੰਨੇ ਮਰਜ਼ੀ ਕੋਈ ਚੱਕਰ ਮਾਰੀ ਜਾਏ, ਇੱਥੇ ਕੋਈ ਨਹੀਂ ਕਹਿੰਦਾ ਕਿ ਇਸ ਤਰ੍ਹਾਂ ਦੀ ਹਾਲਤ ਗਰੀਬ ਨੂੰ ਕੋਈ ਮਾਣ ਦੁਨੀਆ ਅੰਦਰ ਨਹੀਂ ਦਿੰਦਾ। ਪਰ ਇਹ ਘਰ ਜਿਹੜਾ ਹੈ, ਕਿਤੇ ਵੀ ਤੁਸੀਂ ਇਹ ਨਹੀਂ ਪੜਿਆ ਹੋਣਾ ਕਿ ਇਹ ਅਮੀਰ ਨਿਵਾਜ਼ ਹੈ। ਜਦੋਂ ਵੀ ਬਚਨ ਪੜ੍ਹਦੇ ਆ ਇਹ ਹੀ ਕਿਹਾ ਜਾਂਦਾ ਹੈ ਗਰੀਬ ਨਿਵਾਜ਼। ਇਹ ਘਰ ਗਰੀਬਾਂ ਨੂੰ ਨਿਵਾਜਦਾ ਹੈ, ਜਿਹੜੇ ਮਨ ਕਰਕੇ ਗਰੀਬ ਹੋ ਗਏ। ਦੁਨੀਆ ਦੇ ਭਾਵੇਂ ਸਾਹਿਬ ਕਹਿਣ ਲੱਗੇ ਸਾਰੇ ਸੁੱਖ ਮਾਣੀ ਜਾਣ, ਉਹ ਵੀ ਇਸ ਘਰ ਅੰਦਰ ਪ੍ਰਵਾਨ ਹੋ ਜਾਂਦੇ ਨੇ। ਸਤਿਗੁਰੂ ਕਿਰਪਾ ਕਰਨ, ਸਾਹਿਬ ਦੀ ਵਿਚਾਰਧਾਰਾ ਸਾਡੇ ਹਿਰਦਿਆਂ ਦੇ ਅੰਦਰ ਵਸੇ, ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।